ਜਿਹੜਾ ਹਰ ਵੇਲੇ ਨੈਗੇਟਿਵਿਟੀ ਵੱਲ ਧਿਆਨ ਰੱਖਦਾ ਹੈ, ਬੁਰਾਈ ਵੱਲ ਧਿਆਨ ਰੱਖਦਾ, ਮੇਰਾ ਆ ਨਾ ਬੁਰਾ ਹੋ ਜਾਵੇ, ਮੇਰਾ ਉਹ ਨਾ ਬੁਰਾ ਹੋ ਜਾਵੇ, ਇਹ ਯਾਦ ਰੱਖੋ ਉਹਦੇ ਅੰਦਰ ਵਿਸ਼ਵਾਸ ਨਹੀਂ ਹੈ ਔਰ ਐਸੇ ਇਨਸਾਨ ਦਾ ਸਦਾ ਬੁਰਾ ਹੀ ਹੁੰਦਾ ਚਲਾ ਜਾਂਦਾ ਹੈ। ਕਿਉਂਕਿ ਜੈਸੀ ਸਾਡੀ ਸੋਚ ਹੁੰਦੀ ਹੈ ਵੈਸਾ ਹੀ ਸਾਨੂੰ ਫਲ ਮਿਲਦਾ ਚਲਾ ਜਾਂਦਾ ਹੈ। ਇਹ ਗੱਲ ਯਾਦ ਰੱਖਿਓ ਔਰ ਇਹ ਗੱਲ ਸਾਬਿਤ ਵੀ ਕੀਤੀ ਹੈ ਕਿ ਇੱਕ ਬਹੁਤ ਬੜਾ ਆਪਾਂ ਕਹ ਲਈਏ ਡਾਕਟਰ ਸੀ ਜਿਹਦਾ ਨਾਮ ਸੀ ਐਮਲ ਕੂਏ। ਐਮਲ ਕੂਏ ਉਹਦਾ ਨਾਮ ਸੀ। ਉਸਨੇ ਆਪਣੇ ਸ਼ਬਦਾਂ ਦੇ ਜ਼ਰੀਏ ਹੀ ਕਈਆਂ ਲੋਕਾਂ ਦਾ ਇਲਾਜ ਕੀਤਾ, ਆਪਣੇ ਸ਼ਬਦਾਂ ਦੇ ਜ਼ਰੀਏ ਹੀ। ਜ਼ਰਾ ਧਿਆਨ ਦੇਣ ਵਾਲੀ ਗੱਲ ਹੈ। ਉਹਨਾਂ ਲੋਕਾਂ ਨੂੰ ਕਹਿ ਦੇਣਾ ਤੂੰ ਠੀਕ ਹੈ, ਤੂੰ ਠੀਕ ਹੋ ਸਕਦਾ, ਤਾਂ ਲੋਕਾਂ ਦੇ ਅੰਦਰ ਇਹ ਭਾਵਨਾ ਪੈਦਾ ਕਰਨੀ, ਉਹਨਾਂ ਨੇ ਠੀਕ ਹੋ ਜਾਣਾ। ਤੇ ਇੱਕ ਵਾਰ ਉਹਦੇ ਸਾਥੀ ਨੇ ਪੁੱਛਿਆ ਕਿ ਕੂਏ ਤੈਨੂੰ ਇਹ ਤਕਨੀਕ ਕਿੱਥੋਂ ਮਿਲੀ? ਤਾਂ ਉਸਲੇ ਉਹ ਕੂਏ ਨੇ ਕੀ ਦੱਸਿਆ ਕਿ ਮੈਂ ਸਲੋਮਨ ਆਈਲੈਂਡ ਹੈ ਪੈਂਦਾ, ਯਾਨੀ ਜਿੱਦਾਂ ਇਹ ਦੇਸ਼ ਦੇ ਉੱਪਰ ਆਈਲੈਂਡ ਕਹੀ ਹੈ, ਜੇ ਤੁਸੀਂ ਨੈਟ ਤੇ ਸਰਚ ਕਰੋਗੇ ਮਿਲ ਜਾਏਗਾ ਸਲੋਮਨ ਆਈਲੈਂਡ, ਕਿ ਮੈਂ ਉੱਥੇ ਗਿਆ ਸੀ, ਉੱਥੇ ਦੇ ਆਦੀਵਾਸੀਆਂ ਨੂੰ ਮੈਂ ਦੇਖਿਆ ਜਿਨ੍ਹਾਂ ਨੂੰ ਦੇਖ ਕੇ ਮੇਰਾ ਜੀਵਨ ਬਦਲ ਗਿਆ। ਹੁਣ ਐਸਾ ਕੀ ਦੇਖਿਆ ਸਲੋਮਨ ਆਈਲੈਂਡ ਦੇ ਅੰਦਰ ਡਾਕਟਰ ਐਮਲ ਕੂਏ ਨੇ? ਉਹਨੇ ਕੀ ਦੇਖਿਆ? ਉਹ ਕਹਿੰਦਾ ਜਦੋਂ ਮੈਂ ਉੱਥੇ ਦੇ ਆਦੀਵਾਸੀਆਂ ਨੂੰ ਮਿਲਿਆ ਤਾਂ ਮੈਂ ਇੱਕ ਚੀਜ਼ ਦੇਖ ਕੇ ਹੈਰਾਨ ਰਹਿ ਗਿਆ ਕਿ ਉੱਥੇ ਦੇ ਆਦੀਵਾਸੀ ਅਗਰ ਉਹਨਾਂ ਨੇ ਆਪਣੀ ਖੇਤੀ ਵਾਸਤੇ ਕੋਈ ਪੇੜ ਹਟਾਣਾ ਹੋਵੇ ਤਾਂ ਉਹ ਪੇੜ ਨੂੰ ਕੱਟਦੇ ਨਹੀਂ ਹੈ, ਕਿਸੇ ਹਥੌੜੀ ਨਾਲ ਕਿਸੇ ਆਰੇ ਨਾਲ ਪੇੜ ਨੂੰ ਕੱਟਦੇ ਨਹੀਂ ਹੈ। ਉਹ ਕੀ ਕਰਦੇ ਹੈ? ਉਸ ਪੇੜ ਨੂੰ ਹਟਾਉਣ ਵਾਸਤੇ ਉਸ ਆਦੀਵਾਸੀ ਇਕੱਠੇ ਹੋ ਕੇ ਚਲੇ ਜਾਂਦੇ ਹੈ ਔਰ ਪੇੜ ਦੇ ਆਲੇ ਦੁਆਲੇ ਦਾਇਰਾ ਬਣਾ ਕੇ ਬੈਠ ਜਾਂਦੇ, ਯਾਨੀ ਘੇਰਾ ਬਣਾ ਕੇ ਬਹਿ ਜਾਂਦੇ ਪੇੜ ਦੇ ਆਲੇ ਦੁਆਲੇ ਔਰ ਬੈਠ ਕੇ ਉਹ ਪੇੜ ਨੂੰ ਕੋਸਦੇ ਹੈ, ਦਿਲ ਭਰ ਕੇ ਗਾਲੀਆਂ ਦਿੰਦੇ ਹੈ, ਦਿਲ ਭਰ ਕੇ ਬੁਰਾ ਭਲਾ ਬੋਲਦੇ ਆ, ਤੂੰ ਬੁਰਾ ਹੈ, ਤੂੰ ਇਹ ਹੈ, ਤੂੰ वो है। ਉਹ ਇੰਨਾ ਉਹਨੂੰ ਬੁਰਾ ਬੋਲਦੇ ਆ ਕਿ ਦੇਖਦਿਆਂ ਦੇਖਦਿਆਂ ਪੇੜ ਮੁਰਝਾਣਾ ਸ਼ੁਰੂ ਹੋ ਜਾਂਦਾ ਹੈ ਔਰ ਫਿਰ ਸੁੱਕ ਕੇ ਗਿਰ ਜਾਂਦਾ ਹੈ। ਜ਼ਰਾ ਗੌਰ ਕਰਨਾ ਔਰ ਇੱਥੇ ਦੱਸਣਾ ਚਾਹਾਂਗੇ ਕਿ ਇਹਦਾ ਜ਼ਿਕਰ ਤੁਸੀਂ ਤਾਰੇ ਜ਼ਮੀਨ ਪਰ ਦੇਖੀ ਹੈ ਕਿ ਨਹੀਂ? ਇੱਕ ਫਿਲਮ ਹੈ ਅਮੀਰ ਖਾਨ ਦੀ, ਉਹਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ ਸਲੋਮਨ ਆਈਲੈਂਡ ਦਾ, ਜਿੱਥੇ ਉਹ ਜਿਹੜਾ ਛੋਟਾ ਬੱਚਾ ਹੁੰਦਾ ਉਹਦੇ ਬਾਪ ਨੂੰ ਉਹ ਦੱਸਦਾ ਹੈ ਕਿ ਆਪਣੇ ਬੇਟੇ ਨੂੰ ਬੁਰਾ ਨਾ ਕਿਹਾ ਕਰੋ, ਕਿਉਂਕਿ ਬੰਦੇ ਦੀ ਸੋਚ ਦਾ ਬੰਦੇ ਦੇ ਜੀਵਨ ਤੇ ਪ੍ਰਭਾਵ ਪੈਂਦਾ ਹੈ। ਉੱਥੇ ਵੀ ਆਈਲੈਂਡ ਬਾਰੇ ਖੁੱਲ ਕੇ ਦੱਸਿਆ ਹੋਇਆ ਹੈ। ਹੁਣ ਜਰਾ ਸੋਚਣਾ, ਐਮਲ ਕੂਏ ਕਹਿੰਦਾ ਮੈਂ ਦੇਖ ਕੇ ਹੈਰਾਨ ਹੋ ਗਿਆ ਆਪਣੀਆਂ ਅੱਖਾਂ ਸਾਹਮਣੇ ਕਿ ਇੱਕ ਪੇੜ 3 ਦਿਨਾਂ ਦੇ ਅੰਦਰ ਸੁੱਕ ਗਿਆ, ਹਰਾ ਭਰਾ ਪੇੜ 3 ਦਿਨਾਂ ਦੇ ਅੰਦਰ, ਸਿਰਫ ਉਹਨੂੰ ਬੁਰਾ ਬੋਲਣ ਨਾਲ। ਕਿਉਂਕਿ ਬੁਰੀ એનર્ਜੀ ਦੇ ਰਹੇ ਸੀ, ਕੋਸ ਰਹੇ ਸੀ ਉਹਨੂੰ, ਗਾਲੀਆਂ ਦੇ ਰਹੇ ਸੀ ਉਸਨੂੰ। ਹੁਣ ਜਦੋਂ ਇਸ ਨਾਲ ਕੁਝ ਬੋਲਦਾ ਹੈ, ਚਾਹੇ ਬੁਰਾ ਬੋਲੇ ਚਾਹੇ ਅੱਛਾ ਬੋਲੇ, ਜਦੋਂ ਬੋਲਦਾ ਹੈ ਤਾਂ ਸ਼ਬਦਾਂ ਦੀ ਇੱਕ એનર્ਜੀ ਹੁੰਦੀ ਹੈ, એનર્ਜੀ ਯਾਨੀ ਊਰਜਾ ਹੁੰਦੀ ਹੈ। ਹੁਣ ਜੈਸੇ ਸ਼ਬਦ ਸਾਡੇ ਅੰਦਰੋਂ ਨਿਕਲਣੇ ਹੈ ਉਹ એનર્ਜੀ ਦਾ ਅਸਰ ਦੂਜੇ ਤੇ ਪੈਂਦਾ ਹੈ, ਫਿਰ ਜਿੱਦਾਂ ਦੇ ਉਹ ਸ਼ਬਦ ਹੁੰਦੇ ਆ ਉੱਤੇ ਉਦਾਂ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਜ਼ਰਾ ਸੋਚੋ, ਕੋਈ ਤੁਹਾਨੂੰ ਚੰਗਾ ਬੋਲੇ ਤੁਹਾਨੂੰ ਖੁਸ਼ੀ ਹੁੰਦੀ ਹੈ, ਹੁਣ ਸ਼ਬਦ ਹੀ ਹੈ। ਕੋਈ ਤੁਹਾਨੂੰ ਬੁਰਾ ਬੋਲੇ ਤੁਹਾਨੂੰ ਕ੍ਰੋਧ ਆ ਜਾਂਦਾ, ਸ਼ਬਦ ਹੀ ਹੈ। ਬੁਰੇ ਸ਼ਬਦਾਂ ਦੀ ਬੁਰੀ એનર્ਜੀ ਤੁਹਾਡੇ ਚ ਆਈ ਤਾਂ ਤੁਹਾਨੂੰ ਗੁੱਸਾ ਆ ਗਿਆ, ਚੰਗੇ ਸ਼ਬਦਾਂ ਦੀ ਚੰਗੀ એનર્ਜੀ ਤੁਹਾਨੂੰ ਮਿਲੀ ਤਾਂ ਤੁਹਾਨੂੰ ਖੁਸ਼ੀ ਹੋ ਗਈ। ਔਰ ਉੱਥੇ ਕੂਏ ਨੇ ਇੱਕ ਗੱਲ ਹੋਰ ਦੇਖੀ ਕਿ ਅਗਰ ਕੋਈ ਜੀਵ ਬਿਮਾਰ ਹੁੰਦਾ ਸੀ, ਕਿਉਂਕਿ ਆਦੀਵਾਸੀ ਹੋਣ ਕਰਕੇ ਉੱਥੇ ਦਵਾਈ ਦਾ ਇੰਤਜ਼ਾਮ ਨਹੀਂ ਹੁੰਦਾ ਸੀ, ਕਿਉਂਕਿ ਜੰਗਲਾਂ ਵਿੱਚ ਕੋਈ ਡਾਕਟਰ ਨਹੀਂ ਪਹੁੰਚਦਾ। ਮੈਂ ਕੀ ਦੇਖਿਆ ਕਿ ਜਦੋਂ ਕੋਈ ਬਿਮਾਰ ਹੁੰਦਾ ਸੀ ਉਹਦੀ ਇੱਕ ਮਿੱਟੀ ਦੀ ਏਦਾਂ ਹੀ, ਯਾਨੀ ਮਿੱਟੀ ਦੀ ਉਹਨਾਂ ਮੂਰਤੀ ਤਿਆਰ ਕਰ ਲੈਣੀ, ਮਿੱਟੀ ਦੀ ਮੂਰਤੀ। ਇਹ ਨਹੀਂ ਕਿ ਸੱਚਮੁੱਚ ਉਹਦੇ ਵਰਗੀ, ਯਾਨੀ ਉਦਾਂ ਹੀ ਬਣਾ ਲੈਣਾ, ਉਹਦਾ ਨਾਮ ਲਿਖ ਦੇਣਾ ਕਿ ਇਹ ਉਸ ਬੰਦੇ ਦੀ ਮੂਰਤੀ ਹੈ। ਯਾਨੀ ਉਦਾਂ ਹੀ ਜਿੱਦਾਂ ਦੇਖਿਆ ਨਾ ਕਈ ਵਾਰ ਬਰਫ਼ ਦੇ ਉੱਪਰ ਬੱਚੇ ਕੀ ਬਣਾ ਲੈਂਦੇ ਆ, ਸਨੋਮੈਨ ਬਣਾ ਦਿੰਦੇ ਆ, ਯਾਨੀ ਉਦਾਂ ਹੀ ਉਹਦਾ ਸਿਰ ਲਾ ਦੇਣਾ, ਥੱਲੇ ਪੇਟ ਲਾ ਦੇਣਾ, ਇਦਾਂ ਹੀ ਉਹਨਾਂ ਨੇ ਮਿੱਟੀ ਦੀ ਮੂਰਤੀ ਤਿਆਰ ਕਰਕੇ ਜਾਂ ਉਹ ਬੰਦੇ ਦੀ ਤਸਵੀਰ ਬਣਾ ਲੈਣੀ ਧਰਤੀ ਤੇ ਉਦਾਂ ਹੀ, ਔਰ ਨਾਮ ਲਿਖ ਦੇਣਾ। ਔਰ ਫਿਰ ਕੁਝ ਲੋਕਾਂ ਨੇ ਬਹਿ ਕੇ ਉਹ ਮਿੱਟੀ ਦੀ ਮੂਰਤੀ ਨੂੰ ਦੇਖ ਕੇ ਕਹਿਣਾ ਇਹ ਠੀਕ ਹੋ ਰਿਹਾ ਹੈ, ਇਹ ਠੀਕ ਹੋ ਰਿਹਾ ਹੈ, ਹੋ ਗਿਆ ਠੀਕ, ਹੋ ਗਿਆ ਠੀਕ। ਕਹਿੰਦਾ ਮੈਂ ਹੈਰਾਨ ਰਹਿ ਗਿਆ, ਇੱਕ ਬੰਦਾ ਜਿਹਨੂੰ ਚੇਚਕ ਸੀ, ਚੇਚਕ ਤੁਸੀਂ ਸਮਝਦੇ ਹੋ ਨਾ, ਇੱਕ ਬਿਮਾਰੀ ਸੀ ਜਿਹਦਾ ਇਲਾਜ ਉੱਥੇ ਨਹੀਂ ਸੀ, ਪਰ ਕਹਿੰਦਾ ਮੇਰੀਆਂ ਅੱਖਾਂ ਸਾਹਮਣੇ 7 ਦਿਨਾਂ 'ਚ ਉਹ ਚੇਚਕ ਦਾ ਮਰੀਜ਼ ਮੈਂ ਠੀਕ ਹੁੰਦਾ ਦੇਖਿਆ, ਸਿਰਫ ਉਹਨਾਂ ਦੀਆਂ ਭਾਵਨਾਵਾਂ ਨਾਲ। ਔਰ ਇਹ ਤੁਹਾਨੂੰ ਨਾਮ ਵੀ ਦੱਸ ਰਹੇ ਹਾਂ, ਸਲੋਮਨ ਆਈਲੈਂਡ। ਜਰਾ ਗੌਰ ਕਰਨਾ, ਸਲੋਮਨ ਆਈਲੈਂਡ। ਹੁਣ ਜਰਾ ਇਸ ਨੂੰ ਸਮਝਣਾ
ਕਿ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਕੀ ਸਮਝ ਆਉਂਦੀ, ਜਰਾ ਸੋਚ ਕੇ ਦੇਖੋ। ਹੁਣ ਤੁਸੀਂ ਆਪਣੇ ਜੀਵਨ 'ਚ ਕੀ ਕਹਿੰਦੇ ਹੋ? ਉਹ ਭੂਤ ਆ ਗਿਆ, ਉਹ ਭੂਤ ਆ ਗਿਆ, ਉਹ ਇਹਨਾਂ ਮਾਰ ਦੇਣਾ, ਇਹਨਾਂ ਮਾਰ ਦੇਣਾ। ਹੁਣ ਤੁਹਾਡੇ ਸ਼ਬਦ ਕਿੱਦਾਂ ਦੇ ਆ? ਤੁਹਾਨੂੰ ਇਦਾਂ ਲੱਗਦਾ ਹਰ ਚੀਜ਼ ਨੇ ਮੈਨੂੰ ਮਾਰਨਾ ਹੀ ਹੈ, ਕਿਉਂਕਿ ਤੁਹਾਡੇ ਜਿੱਦਾਂ ਦੇ ਬੋਲ ਹੁੰਦੇ ਉਦਾਂ ਦੀ એનર્ਜੀ ਤੁਸੀਂ ਆਪਣੇ ਚਾਰੋਂ ਤਰਫ ਪੈਦਾ ਕਰ ਲੈਂਦੇ ਹੋ। ਹੁਣ ਜਰਾ ਗੌਰ ਕਰੋ, ਅਗਰ ਤੁਹਾਨੂੰ ਵੀ ਲੱਗੇ ਨਾ ਕੋਈ ਤੁਹਾਡਾ ਰਿਸ਼ਤੇਦਾਰ ਬਿਮਾਰ ਹੈ, ਤੁਸੀਂ ਬਿਮਾਰ ਹੋ, ਕੋਈ ਬਿਮਾਰ ਹੈ, ਉਹਦੀ ਤਸਵੀਰ ਫੜ ਕੇ ਵਿਸ਼ਵਾਸ ਨਾ ਕਹੋ ਮੈਨੂੰ ਮਾਲਕ ਤੇ ਯਕੀਨ ਹੈ ਠੀਕ ਹੋਏਗਾ, ਮੈਨੂੰ ਮਾਲਕ ਤੇ ਯਕੀਨ ਹੈ ਠੀਕ ਹੋਏਗਾ। ਤੁਹਾਡੀ ਅੱਛੀ એનર્ਜੀ ਜਾਏਗੀ ਤਾਂ ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ। ਪਰ ਇੱਕ ਗੱਲ ਯਾਦ ਰੱਖੋ ਕਿ ਠੀਕ ਹੋਣ ਵਾਸਤੇ ਜਿਹੜਾ ਬੰਦਾ ਖੁਦ ਬਿਮਾਰ ਹੈ ਉਹਦੇ ਅੰਦਰ ਵੀ ਇਹ ਹੋਣਾ ਚਾਹੀਦਾ ਕਿ ਮੈਂ ਠੀਕ ਹੋ ਜਾਣਾ ਹੈ। ਹੁਣ ਤੁਸੀਂ ਕਹੋ ਠੀਕ ਹੋਣਾ ਹੈ ਤਾਂ ਅਗਲਾ ਬੰਦਾ ਕਹੇ ਮੈਂ ਨਹੀਂ ਠੀਕ ਹੋਣਾ, ਤਾਂ ਫਿਰ ਤੁਹਾਡੀ એનર્ਜੀ ਅਸਰ ਹੀ ਨਹੀਂ ਕਰੇਗੀ। ਇੱਕ ਪਾਸੇ ਬਿਮਾਰ ਹੈ, ਇੱਕ ਪਾਸੇ ਉਹਦਾ ਕੋਈ ਰਿਸ਼ਤੇਦਾਰ ਹੈ। ਹੁਣ ਬਿਮਾਰ ਵੀ ਠੀਕ ਹੋਣਾ ਚਾਹੁੰਦਾ ਹੈ, ਰਿਸ਼ਤੇਦਾਰ ਵੀ ਚਾਹੁੰਦਾ ਮੇਰਾ ਇਹ ਰਿਸ਼ਤੇਦਾਰ ਠੀਕ ਹੋਵੇ, ਚਾਹੇ ਮੇਰਾ ਬੱਚਾ ਹੈ, ਭਰਾ ਹੈ, ਭੈਣ ਹੈ, ਮਾਂ ਹੈ, ਬਾਪ ਹੈ। ਹੁਣ ਇਧਰੋਂ ਵੀ ਪੋਜ਼ਿਟਿਵ એનર્ਜੀ ਜਾਵੇ ਮਾਲਕ ਦੇ ਵਿਸ਼ਵਾਸ ਦੀ, ਉਧਰੋਂ ਵੀ ਪੋਜ਼ਿਟਿਵ એનર્ਜੀ ਹੋਵੇ ਕਿ ਮਾਲਕ ਦੇ ਵਿਸ਼ਵਾਸ ਦੀ, ਤਾਂ ਬੜੇ ਤੋਂ ਬੜਾ ਦੁੱਖ ਵੀ ਦੂਰ ਹੋ ਸਕਦਾ ਹੈ। ਹੁਣ ਤਾਂ ਹੀ ਤਾਂ ਇਮਲ ਕੁਏ ਨੇ, ਇਹ ਡਾਕਟਰ ਦਾ ਨਾਮ ਹੈ, ਜਿਸਨੇ ਆਪਣੇ ਸ਼ਬਦਾਂ ਨਾਲ ਇਹ ਚੀਜ਼ ਨੂੰ ਸਮਝ ਕੇ ਕਿ ਜੇ ਆਦੀਵਾਸੀ ਇਦਾਂ ਕਰ ਸਕਦੇ ਹੈ ਤਾਂ ਉਹਨਾਂ ਕੁਝ ਮੈਡੀਟੇਸ਼ਨ ਕੀਤਾ, ਕੁਝ ਧਿਆਨ ਕੀਤਾ, ਕੁਝ ਬੰਦਗੀ ਕੀਤੀ ਪ੍ਰਮਾਤਮਾ ਦੀ, ਕਿਉਂਕਿ ਮੈਡੀਟੇਸ਼ਨ ਦੇ ਨਾਲ ਸਾਡੀ ਇੱਛਾ ਸ਼ਕਤੀ ਵੱਧਦੀ ਹੈ, ਸਾਡਾ ਧਿਆਨ ਜ਼ਿਆਦਾ ਕੇਂਦਰਿਤ ਹੁੰਦਾ ਹੈ ਧਿਆਨ ਕਰਨ ਦੇ ਨਾਲ। ਹੁਣ ਜਰਾ ਸੋਚੋ ਤੁਹਾਡੇ ਜੀਵਨ 'ਚ ਦੁੱਖ ਕਿਉਂ ਹੈ, ਤੁਹਾਡੇ ਜੀਵਨ 'ਚ ਪਰੇਸ਼ਾਨੀਆਂ ਕਿਉਂ ਹੈ, ਤੁਹਾਡੇ ਜੀਵਨ 'ਚ ਗਰੀਬੀ ਕਿਉਂ ਹੈ, ਤੁਹਾਡੇ ਜੀਵਨ 'ਚ ਤੰਗੀਆਂ ਕਿਉਂ ਹੈ? ਇਹਦਾ ਕਾਰਨ ਕੋਈ ਆਂਢੀ ਗੁਆਂਢੀ ਨਹੀਂ ਹੈ, ਇਹਦਾ ਕਾਰਨ ਹੈ ਤੁਹਾਡੀ ਆਪਣੀ ਸੋਚ। ਕਿਉਂਕਿ ਤੁਸੀਂ ਕੀ ਕਹਿੰਦੇ ਹੋ? ਆ ਮੇਰੇ ਘਰ 'ਚ ਬੜੀ ਗਰੀਬੀ ਹੈ, ਮੇਰੇ ਘਰ 'ਚ ਬੜੀ ਗਰੀਬੀ ਹੈ, ਮੇਰੇ ਘਰ 'ਚ ਬਰਕਤ ਨਹੀਂ ਹੁੰਦੀ, ਮੇਰੇ ਘਰ 'ਚ ਬਰਕਤ ਨਹੀਂ ਹੁੰਦੀ, ਉਹ ਮੇਰੇ ਬੱਚੇ ਦੀ ਸ਼ਾਦੀ ਨਹੀਂ ਹੁੰਦੀ, ਮੇਰੇ ਬੱਚੇ ਦੀ ਸ਼ਾਦੀ ਨਹੀਂ ਹੁੰਦੀ, ਮੇਰਾ ਆਹ ਕੰਮ ਨਹੀਂ ਹੁੰਦਾ, ਮੇਰਾ ਉਹ ਕੰਮ ਨਹੀਂ ਹੁੰਦਾ। ਬਾਰ-ਬਾਰ ਇਹ ਗੱਲਾਂ ਜਦੋਂ ਰੋਜ਼-ਰੋਜ਼ ਘਰ 'ਚ ਹੁੰਦੀਆਂ ਹੈ ਤੇ ਅਸੀਂ ਘਰ ਦੇ ਵਾਤਾਵਰਣ ਨੂੰ ਉਹ ਨੈਗੇਟਿਵਿਟੀ ਨਾਲ ਭਰ ਲੈਂਦੇ ਆ। ਔਰ ਜਿੱਦਾਂ ਦੱਸਿਆ, ਜੇ ਉਹ ਪੇੜ ਨੂੰ ਗਾਲੀਆਂ ਦਿੰਦੇ ਐ, ਪੇੜ ਨੂੰ ਕੋਸਦੇ ਐ, ਤਾਂ ਹਰਾ ਭਰਾ ਪੇੜ ਸੁੱਕ ਜਾਂਦਾ ਹੈ, ਨਸ਼ਟ ਹੋ ਜਾਂਦਾ ਹੈ। ਤਾਂ ਤੁਹਾਡੀ ਜ਼ਿੰਦਗੀ ਤਾਂ ਫਿਰ ਵੀ ਜਰਾ ਦੇਖੋ ਕਿ ਬੰਦੇ ਦੇ ਤਾਂ ਅਸਰ ਹੀ ਬੜੀ ਜਲਦੀ ਹੁੰਦਾ ਹੈ, ਕਿਉਂਕਿ ਪੇੜ ਨੂੰ ਗਾਲੀ ਦੇਵਾਂਗੇ ਉਨੀ ਜਲਦੀ ਉਹ ਅੱਗੇ ਐਕਸ਼ਨ ਨਹੀਂ ਲਏਗਾ ਜਿੰਨੀ ਜਲਦੀ ਬੰਦਾ ਐਕਸ਼ਨ ਲੈ ਲੈਂਦਾ ਹੈ, ਕਿਉਂਕਿ ਬੰਦਾ ਹੱਡ ਮਾਸ ਦਾ ਬਣਿਆ ਹੋਇਆ, ਭਾਵਨਾ ਨਾਲ ਭਰਿਆ ਹੋਇਆ ਹੈ। ਹੁਣ ਇੱਕ ਉਹ ਪੇੜ ਜੋ ਸਥੂਲ ਹੈ, ਉੱਤੇ ਅਗਰ ਦੂਜਿਆਂ ਦੇ ਸ਼ਬਦਾਂ ਦਾ ਅਸਰ ਹੋ ਸਕਦਾ ਹੈ, ਭਾਵਨਾਵਾਂ ਦਾ ਅਸਰ ਹੋ ਸਕਦਾ ਹੈ, ਤਾਂ ਫਿਰ ਜ਼ਰਾ ਸੋਚੋ ਬੰਦੇ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਇਸ ਲਈ ਅਗਰ ਤੁਸੀਂ ਆਪਣੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ, ਤਕਲੀਫਾਂ ਦੁੱਖਾਂ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਫਿਰ ਬਾਰ-ਬਾਰ ਇਹ ਗੱਲ ਨਾ ਕਹੋ ਮੈਂ ਦੁਖੀ, ਮੈਂ ਦੁਖੀ, ਮੈਂ ਦੁਖੀ, ਮੈਂ ਬਿਮਾਰ, ਮੈਂ ਬਿਮਾਰ, ਮੈਂ ਬਿਮਾਰ, ਜਾਂ ਮੈਨੂੰ ਆਹ ਦੀਦਾ, ਮੈਨੂੰ ਉਹ ਦੀਦਾ, ਮੇਰੇ ਅੰਦਰ ਆਹ ਚੀਜ਼ ਹੈ, ਮੇਰੇ ਅੰਦਰ ਉਹ ਚੀਜ਼ ਹੈ। ਅਗਰ ਇਹੀ ਕਹਿੰਦੇ ਰਹੋਗੇ ਤਾਂ ਕੋਈ ਦੁਨੀਆ ਤੇ ਤੁਹਾਨੂੰ ਠੀਕ ਕਰ ਹੀ ਨਹੀਂ ਸਕਦਾ। ਇਹ ਗੱਲ ਹਮੇਸ਼ਾ ਯਾਦ ਰੱਖੋ। ਬੰਦਾ ਕਹਿੰਦਾ ਮੈਨੂੰ ਫਲਾਨਾ ਭੂਤ ਚੁੰਬੜਿਆ ਹੈ, ਫਲਾਨੀ ਚੀਜ਼ ਚੁੰਬੜੀ ਹੈ, ਤੇ ਅਸੀਂ ਕਈ ਵਾਰ ਕਿਹਾ ਹੈ ਉਹ ਭਾਈ ਜੇ ਉਹਨੇ ਚੁੰਬੜਨਾ ਹੋਵੇ ਤੁਹਾਨੂੰ ਚੁੰਬੜਨਾ ਹੈ। ਕਦੀ ਸ਼ੀਸ਼ੇ ਮੂਹਰੇ ਖੜ ਕੇ ਆਪਣੇ ਆਪ ਨੂੰ ਦੇਖੋ, ਮੇਰੇ 'ਚ ਚੁੰਬੜਨ ਵਾਲਾ ਹੈ ਕੀ ਹੈ ਭਾਈ? ਜੇ ਚੁੰਬੜੇਗਾ ਕਿਸੇ ਹੀਰੋ ਨੂੰ ਚੁੰਬੜੇ, ਕਿਸੇ ਹੀਰੋਇਨ ਨੂੰ ਚੁੰਬੜੇ, ਕਿਸੇ ਰਾਸ਼ਟਰਪਤੀ ਨੂੰ ਜਾ ਕੇ ਚੁੰਬੜੇ ਕਿ ਉਹਦੇ ਕੋਲ ਰਹਿਣ ਨੂੰ ਸਭ ਕੁਝ ਹੈ, ਰਹਿਣ ਨੂੰ ਚੰਗਾ ਘਰ ਹੈ, ਘੁੰਮਣ ਨੂੰ ਚੰਗੀਆਂ ਗੱਡੀਆਂ, ਇਹਨੂੰ ਮੈਂ ਕੀ ਚੁੰਬੜਨਾ? ਇਹਨੂੰ ਚੁੰਬੜ ਕੇ ਮੈਨੂੰ ਕੀ ਮਿਲਣਾ? ਉਲਟਾ ਮੈਨੂੰ ਤਕਲੀਫ ਹੋਣੀ। ਜਰਾ ਸੋਚ ਕੇ ਦੇਖੋ। ਔਰ ਜਿਹੜੇ ਕਹਿੰਦੇ ਮੈਨੂੰ ਚੁੰਬੜਿਆ ਕੁਝ, ਮੇਰੇ ਅੰਦਰ ਕੁਝ ਹੈ, ਤਾਂ ਜਰਾ ਗੱਲ ਯਾਦ ਰੱਖਣਾ, ਉਹ ਅੱਜ ਵੀ ਇਹੀ ਕਹਿ ਰਹੇ ਹੈ, ਉਹ ਆਉਣ ਵਾਲੇ 10 ਸਾਲ ਵੀ ਇਹੀ ਗੱਲ ਕਹਿੰਦੇ ਰਹਿਣਗੇ, ਕਿਉਂਕਿ ਉਹਨਾਂ ਨੂੰ ਅੰਦਰ ਭੂਤ ਤਾਂ ਨਜ਼ਰ ਆਉਂਦਾ ਹੈ, ਪਰ ਆਪਣੇ ਅੰਦਰ ਪਰਮਾਤਮਾ, ਉਹ ਪ੍ਰਭੂ ਜਿਹੜਾ ਪੈਦਾ ਕਰਨ ਵਾਲਾ ਹੈ, ਉਹਦਾ ਨੂਰ, ਉਹਦੀ ਰਹਿਮਤ ਤਾਂ ਨਜ਼ਰ ਆਉਂਦੀ ਨਹੀਂ ਹੈ ਕਿ ਮੇਰੇ ਅੰਦਰ ਕੌਣ ਹੈ। ਇਹ ਗੱਲ ਸਮਝ ਲੈਣਾ ਸਾਰਿਆਂ ਨੇ, ਕਿਉਂਕਿ ਕੁਝ ਗੱਲਾਂ ਹੁੰਦੀਆਂ ਸੱਚੀਆਂ ਚੁੱਪ ਵੀ ਲੱਗਦੀਆਂ ਹੈ, ਪਰ ਕੀ ਕਰੀਏ। ਬੁੱਲੇ ਸ਼ਾਹ ਨੇ ਕਿਹਾ ਸੱਚ ਕਹਾਂ ਤੇ ਭਾਂਬੜ ਮੱਚਦਾ, ਪਰ ਮੱਚੀ ਜਾਵੇ ਭਾਂਬੜ, ਪਰ ਫਕੀਰਾਂ ਨੇ ਤਾਂ ਸੱਚੀ ਗੱਲ ਕਰਨੀ ਹੈ। ਇਸ ਲਈ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਤੁਹਾਨੂੰ ਕਿ ਆਪਣੇ ਸ਼ਬਦਾਂ ਨੂੰ ਸੁਧਾਰੋ, ਆਪਣੀ ਸੋਚ ਨੂੰ ਸੁਧਾਰੋ, ਆਪਣੀਆਂ ਭਾਵਨਾਵਾਂ ਨੂੰ ਸੁਧਾਰੋ। ਇਸ ਲਈ ਇੱਕ ਵਾਰ ਫਿਰ ਕਹਾਂਗੇ ਕਿ ਜਿੱਦਾਂ ਉਹ ਕਬੀਲੇ ਵਾਲੇ ਇੱਕ ਗੱਲਾਂ ਦੇ ਨਾਲ ਪੇੜ ਨੂੰ ਸੁਕਾ ਸਕਦੇ ਆ, ਬੁਰੀਆਂ ਭਾਵਨਾਵਾਂ ਦੇ ਕੇ, ਜਾਂ ਪੋਜ਼ਿਟਿਵ ਭਾਵਨਾਵਾਂ ਦੇ ਨਾਲ ਕਿਸੇ ਮਰੀਜ਼ ਨੂੰ ਠੀਕ ਕਰ ਸਕਦੇ ਆ, ਤਾਂ ਫਿਰ ਜ਼ਰਾ ਸੋਚੋ, ਆਪਣੀਆਂ ਭਾਵਨਾਵਾਂ ਨੂੰ ਦੇਖੋ, ਆਪਣੀਆਂ ਗੱਲਾਂ ਨੂੰ ਦੇਖੋ, ਆਪਣੀਆਂ ਸੋਚਾਂ ਨੂੰ ਦੇਖੋ, ਕਿਉਂਕਿ ਇਨਸਾਨ ਦੀਆਂ ਗੱਲਾਂ ਦਾ, ਭਾਵਨਾਵਾਂ ਦਾ, ਇਨਸਾਨ ਦੀ ਸੋਚ ਦਾ ਇਨਸਾਨ ਦੇ ਜੀਵਨ ਤੇ ਬਹੁਤ ਅਸਰ ਪੈਂਦਾ ਹੈ। ਇਸ ਲਈ ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ, ਜੇ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਹੋ, ਜੇ ਤੁਸੀਂ ਪੂਰੀ ਤਰ੍ਹਾਂ ਫਿੱਟ ਹੋਣਾ ਚਾਹੁੰਦੇ ਹੋ, ਤਾਂ ਆਪਣੀ ਸੋਚ ਅੱਛੀ ਰੱਖੀਏ, ਅਸੀਂ ਆਪਣੀ ਭਾਵਨਾ ਅੱਛੀ ਰੱਖੀਏ।
ਆਪਣੇ ਅੰਦਰ ਨੈਗੇਟਿਵਿਟੀ ਨਾ ਆਣ ਦਈਏ, ਬੁਰੇ ਵਿਚਾਰ ਨਾ ਆਣ ਦਈਏ। ਕਦੀ ਨਾ ਇਹ ਸੋਚੀਏ ਕਿ ਮੈਂ ਠੀਕ ਨਹੀਂ ਹੋਣਾ। ਜਿੱਦਾਂ ਪਹਿਲਾਂ ਹੀ ਦੱਸਿਆ, ਜੇ ਬੰਦਾ ਹੀ ਚਾਹਵੇ ਕਿ ਮੈਂ ਠੀਕ ਨਹੀਂ ਹੋਣਾ, ਮੈਂ ਠੀਕ ਨਹੀਂ ਹੋਣਾ, ਤਾਂ ਫਿਰ ਕਿਹੜਾ ਉਹਨੂੰ ਠੀਕ ਕਰ ਸਕਦਾ? ਜਿੱਦਾਂ ਸਮਝ ਲਓ ਬੰਦਾ ਵੇ ਮੈਂ ਪਾਣੀ ਨਹੀਂ ਪੀਣਾ, ਮੈਂ ਪਾਣੀ ਨਹੀਂ ਪੀਣਾ, ਤਾਂ ਕਿਹੜਾ ਜ਼ਬਰਦਸਤੀ ਪਿਲਾ ਦੇਗਾ ਉਹਨੂੰ? ਜਿੱਦਾਂ ਕਹਿੰਦੇ ਆ ਨਾ, ਘੋੜੇ ਨੂੰ ਤੁਸੀਂ ਜ਼ਬਰਦਸਤੀ ਨਦੀ ਤੱਕ ਤਾਂ ਲੈ ਕੇ ਜਾ ਸਕਦੇ ਹੋ, ਪਰ ਉਹਨੂੰ ਜ਼ਬਰਦਸਤੀ ਪਾਣੀ ਨਹੀਂ ਪਿਲਾ ਸਕਦੇ। ਪਾਣੀ ਤਾਂ ਉਹਨੇ ਉਦੋਂ ਹੀ ਪੀਣਾ ਜਦੋਂ ਉਹਨੂੰ ਪਿਆਸ ਲੱਗੇਗੀ। ਬਸ ਮਾਲਕ ਦੀਆਂ ਰਹਿਮਤਾਂ ਦੀ ਗੱਲ ਵੀ ਇਦਾਂ ਹੀ ਹੁੰਦੀ ਹੈ ਕਿ ਜਦੋਂ ਇਨਸਾਨ ਦੇ ਅੰਦਰ ਵਿਸ਼ਵਾਸ ਹੋਵੇ ਕਿ ਮੈਂ ਠੀਕ ਹਾਂ, ਮੇਰੇ ਤੇ ਰਹਿਮਤ ਹੋ ਗਈ, ਮੇਰੇ ਤੇ ਰਹਿਮਤ ਜ਼ਰੂਰ ਹੋਏਗੀ, ਕਿਰਪਾ ਹੋਏਗੀ, ਮੇਰੇ ਜੀਵਨ 'ਚ ਖੁਸ਼ੀਆਂ ਆ ਗਈਆਂ। ਜਦੋਂ ਇਨਸਾਨ ਇਹ ਭਾਵਨਾ ਰੱਖਦਾ ਹੈ ਤਾਂ ਕੁਝ ਦਿਨਾਂ 'ਚ ਹੀ ਉਹਦੇ ਜੀਵਨ 'ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਭਾਵਨਾਵਾਂ ਨੇ ਹੀ ਆਲੇ ਦੁਆਲੇ ਦਾ ਵਾਤਾਵਰਨ ਤਿਆਰ ਹੁੰਦਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖੋ ਸਾਰੇ ਜੀ। ਇਸ ਲਈ ਤੁਸੀਂ ਖੁਸ਼ੀ ਚਾਹੁੰਦੇ ਹੋ, ਤੰਦਰੁਸਤੀ ਚਾਹੁੰਦੇ ਹੋ, ਘਰ 'ਚ ਸੁੱਖ ਸ਼ਾਂਤੀ ਚਾਹੁੰਦੇ ਹੋ, ਘਰ 'ਚ ਆਨੰਦ ਚਾਹੁੰਦੇ ਹੋ, ਤਾਂ ਫਿਰ ਅੱਜ ਤੋਂ ਇਹ ਬੁਰੀਆਂ ਸੋਚਾਂ ਨੂੰ ਰੋਕੋ। ਜੇ ਬੁਰਾ ਖਿਆਲ ਆਵੇ ਵੀ ਤਾਂ ਨਾਲ ਹੀ ਉਹਨੂੰ ਅੱਛੇ ਵੱਲ ਲਿਆਵੋ ਕਿ ਮੈਂ ਕਿਉਂ ਡਰਦਾ ਜਦ ਮੇਰਾ ਮਾਲਿਕ ਮੇਰੇ ਨਾਲ ਹੈ, ਮੈਂ ਕਿਉਂ ਫਿਕਰ ਕਰਦਾ ਜਦ ਮੇਰਾ ਮਾਲਿਕ ਮੇਰੇ ਨਾਲ ਹੈ। ਜੇ ਅੱਜ ਤੁਹਾਨੂੰ ਕੋਈ ਤਕਲੀਫ ਹੈ, ਕੋਈ ਦੁੱਖ ਹੈ, ਕੋਈ ਰੋਗ ਹੈ, ਕੋਈ ਬਿਮਾਰੀ ਹੈ, ਹੋ ਗਏ ਤੁਹਾਨੂੰ ਕਈ ਸਾਲ ਦਵਾਈਆਂ ਖਾਂਦਿਆਂ ਨੂੰ, ਤਾਂ ਯਾਦ ਰੱਖੋ ਕਿਤੇ ਨਾ ਕਿਤੇ ਇਨਸਾਨ ਦੇ ਅੰਦਰ ਸੋਚ ਚੱਲਦੀ ਰਹਿੰਦੀ ਹੈ, ਦਵਾਈਆਂ ਦਾ ਅਸਰ ਨਹੀਂ ਹੁੰਦਾ। ਇਹ ਦਵਾਈਆਂ ਮੇਰੇ ਤੇ ਅਸਰ ਨਹੀਂ ਕਰਦੀਆਂ, ਕਿਸੇ ਦਵਾਈ ਨਾਲ ਮੈਂ ਠੀਕ ਨਹੀਂ ਹੋਣਾ, ਕਿਉਂਕਿ ਦਵਾਈ ਦੇ ਵਿੱਚ ਮੈਨੂੰ ਫਾਇਦਾ ਨਹੀਂ ਹੁੰਦਾ। ਤਾਂ ਫਿਰ ਇਨਸਾਨ ਦੇਖੇਗਾ ਦਵਾਈਆਂ ਖਾਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋਏਗਾ। ਹੁਣ ਅਸੀਂ ਇੱਥੇ ਕੀ ਦੱਸਣਾ ਚਾਹੁੰਦੇ ਹਾਂ, ਅੱਜ ਤੁਸੀਂ ਜੇ ਮਾਲਕ ਦੇ ਕਦਮਾਂ 'ਚ ਆ ਗਏ ਹੋ, ਮਾਲਕ ਦੇ ਚਰਨਾਂ 'ਚ ਆ ਗਏ ਹੋ, ਤਾਂ ਫਿਰ ਇਹ ਯਕੀਨ ਰੱਖੋ, ਇਹ ਭਰੋਸਾ ਰੱਖੋ ਕਿ ਜਿਹੜਾ ਕੰਮ ਦਵਾ ਦਾਰੂ ਨਹੀਂ ਕਰ ਸਕਦੀ, ਉਹ ਕੰਮ ਮਾਲਕ ਦੀ ਰਹਿਮਤ ਕਰ ਸਕਦੀ ਹੈ। ਅਗਰ ਇਹ ਵਿਸ਼ਵਾਸ ਹੈ ਤੁਹਾਡੇ ਅੰਦਰ, ਤਾਂ ਤੁਹਾਡੇ ਜੀਵਨ 'ਚ ਅੱਜ ਹੀ ਬਦਲਾਅ ਆਉਣਾ ਸ਼ੁਰੂ ਹੋ ਜਾਏਗਾ। ਜਿੱਦਾਂ ਅਸੀਂ ਇੱਕ ਸ਼ੇਰ ਕਹੀਦਾ ਹੈ कि हर दर्द का इलाज नहीं मिलता दवाखाने में, कुछ दर्द मिट जाते हैं फकीरों के पास आने में। कि हर दर्द, जे बंदा सोचे हर बीमारी का इलाज डॉक्टरों को मिलना है, हॉस्पिटलों चों मिलना है, तो नहीं। कुछ दर्द, कुछ बीमारियां ऐसियां होंदियां है, कुछ मर्ज ऐसे होंदे जिहड़े फकीरां कोल आके ही मिटदे है। तो अज आ गए तुसीं मालिक दे चरनां 'च, तां तुहाडी हर बीमारी ठीक होएगी, तुहाडा हर दर्द दूर होएगा। बस अज ये विश्वास लैके जाना है, अज ये भरोसा लैके जाना है, क्योंकि जेड़ा मैनू बना सकता है, मैनू बिगड़े नू ठीक भी वो कर सकता है। ये यकीन होना चाहिए है, क्योंकि बनाने वाला कौन है? वो मालिक। और जेड़ा मैनू बना सकता है, जे मेरे अंदर कुछ बंदा कहना डिफॉल्ट है, जब मेरे अंदर कोई प्रॉब्लम है, परेशानी है, तो इनू ठीक भी वो कर सकता है। मैनू यकीन है मेरे ते रहमत हो गई, मैनू यकीन है मेरे ते कृपा हो गई। इसलिए अज तो बुराई वाल ध्यान नहीं देना, बुरियां चीज़ों वाल ध्यान नहीं देना, नैगेटिविटी वाल ध्यान नहीं देना। अज तो अपनी सुरती नू पॉजिटिविटी वाल रखना, अपने मालिक वाल रखना है। इसलिए अज तो चिंता नहीं करनी, टेंशन नहीं लेनी, बुरा नहीं सोचना। ये सोचो मैं ठीक हाँ, मेरे ते रहमत हो गई। क्योंकि जे अपने आप नू कहते रहांगे मैं दुखी, मैं दुखी, मैं ठीक नहीं होना, मैं ठीक नहीं होना, तो हुण जिद्दां दे शब्द बोल रहे हैं, फिर उहदा प्रभाव साडे जीवन ते उदां दा पैंदा चला जाता है। इसलिए असीं यकीन रखना है कि मेरा मालिक मेरे नाल है, मेरे मालिक दी रहमत मेरे नाल है, तो मेरे जीवन च खुशियां भी आ गई हैं। समझे कि नहीं? इसलिए अच्छे विचार बोलने हैं, अच्छी सोच अंदर रखनी है, अपने मालिक के प्रति विश्वास रखना है, तो तुहाडा जीवन खुशियां रहमतां बरकतां नाल भरपूर हो जाएगा। सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी।